ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਰ ਅਨਹਰ ਲੀਲਾ ਕਰ ਹੈ ਔਰ ਨਿਰਹੰਕਾਰਾ। ਤੇਤ ਮ੍ਰਿਦੁਲ ਉਪਦੇਸ਼ ਕੋ ਲਗ ਸਭ ਹਿਨ ਪਿਆਰਾ। ਕਰੇ ਅਜਮਤੀ ਸਹਿ ਕਰੇ ਸਿੱਧਾ ਸਭ ਦੀਨੀ। ਕਾਲੀ ਕਾਲ ਸਫਲਤ ਭੀ ਕਿਸ ਬਾਦ ਨ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਐਤਵਾਰ ਦੇ ਸੰਧਿਆ ਦੇ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨਾਲ ਜੁੜ ਜਾਈਏ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬੇਅੰਤ ਸੰਗਤਾਂ ਨੂੰ ਧਾਰਿਆ ਹੈ। ਬੜੇ ਹੀ ਪਰਉਪਕਾਰ ਦੇ ਵੱਡੇ ਵੱਡੇ ਮਹਾਨ ਕਾਰਜ ਕੀਤੇ ਹਨ। ਸਭ ਤੋਂ ਵੱਡਾ ਕਾਰਜ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਾਇਆ ਹੈ। ਇਹ ਜੁਗੋ ਜੁਗ ਅਟਲ ਗੁਰੂ ਦੀ ਬਾਣੀ ਸਾਨੂੰ ਬਖਸ਼ੀ ਹੈ। ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕੀਤਾ, ਸਰੋਵਰ, ਸ਼ਹਿਰ, ਨਗਰ ਬਹੁਤ ਕੁਝ ਵਸਾਏ ਹਨ। ਗੁਰੂ ਸਾਹਿਬ ਦੀ ਇਹ ਕਥਾ ਆਪਾਂ ਸੁਣਦੇ ਆ ਰਹੇ ਹਾਂ। ਲਗਭਗ ਸਾਲ ਹੋ ਗਿਆ ਗੁਰੂ ਅਰਜਨ ਦੇਵ ਜੀ ਦੀ ਕਥਾ ਹੀ ਚੱਲੀ ਜਾਂਦੀ ਹੈ। ਹੁਣ 6ਵੇਂ ਪਾਤਸ਼ਾਹ ਜੀ ਦੇ ਬਚਨ ਵੀ ਸ਼ੁਰੂ ਹੋ ਜਾਣੇ ਨੇ ਅਤੇ ਉਹਨਾਂ ਦੇ ਬਾਲ ਅਵਸਥਾ ਦੇ ਕੌਤਕ ਆਪਾਂ ਕੱਲ੍ਹ ਥੋੜ੍ਹੇ ਜਿਹੇ ਸੁਣੇ ਸਨ ਵੀ ਸ਼ਸਤਰਾਂ ਨਾਲ ਬੜਾ ਪ੍ਰੇਮ ਕਰਦੇ ਸਨ। ਘੋੜ ਸਵਾਰੀ, ਤੀਰਅੰਦਾਜ਼ੀ, ਨੇਜਾਬਾਜ਼ੀ, ਗੱਤਕਾ, ਚੱਕਰ, ਹੋਰ ਕਈ ਤਰ੍ਹਾਂ ਦੇ ਸ਼ਸਤਰ ਚਲਾਣੇ, ਜੰਗੀ ਅਭਿਆਸ ਕਰਨਾ, ਸ਼ਿਕਾਰ ਖੇਡਣ ਚਲੇ ਜਾਣਾ, ਸ਼ਿਕਾਰ ਖੇਡਣਾ। ਇਹ ਜਿਹੜਾ ਉਹਨਾਂ ਦਾ ਸ਼ੌਂਕ ਬਣ ਗਿਆ, ਇਸ ਨੂੰ ਵੇਖ ਕੇ ਸਿੱਖ ਅੰਦਾਜ਼ੇ ਲਾਉਣ ਲੱਗ ਪਏ ਵੀ ਇਹ ਜਿਹੜੇ ਗੁਰੂ ਹਨ ਬੜੇ ਯੋਧੇ ਹੋਣਗੇ, ਬੜੇ ਬਲੀ ਹੋਣਗੇ। ਇਹ ਸ਼ਾਂਤ ਰਸ 'ਚ ਨਹੀਂ ਰਹਿਣਗੇ, ਵੀਰ ਰਸ ਵਿੱਚ ਰਹਿਣਗੇ। ਰਾਜਿਆਂ ਮਹਾਰਾਜਿਆਂ ਵਾਲਾ ਇਹਨਾਂ ਦਾ ਪ੍ਰਤਾਪ ਹੋਵੇਗਾ, ਬਾਦਸ਼ਾਹਾਂ ਵਾਲਾ, ਔਰ ਇਹ ਤਖਤਾਂ ਦੇ ਤਾਜਾਂ ਦੇ ਮਾਲਕ ਹੋਣਗੇ। ਕੁਝ ਸਿੱਖ ਕਹਿੰਦੇ ਨਹੀਂ, ਇੱਦਾਂ ਨਹੀਂ ਹੋਣਾ। ਅਜੇ ਛੋਟੀ ਉਮਰ ਦੇ ਵਿੱਚ ਇੱਦਾਂ ਕਰ ਰਹੇ ਨੇ, ਜਦੋਂ ਵੱਡੇ ਸਿਆਣੇ ਹੋਣਗੇ ਇਹ ਕੰਮ ਛੱਡ ਦੇਣਗੇ। ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ, ਪਰ ਗੁਰੂ ਦੀਆਂ ਗੱਲਾਂ ਨੂੰ ਗੁਰੂ ਹੀ ਜਾਣਦਾ ਹੈ। ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਬਾਰੇ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖ ਰਹੇ ਨੇ। ਕਿੰਨੀਆਂ ਸੰਗਤਾਂ ਅੰਮ੍ਰਿਤਸਰ ਪਹੁੰਚਦੀਆਂ ਨੇ, ਪੂਰਬ, ਪੱਛਮ, ਉੱਤਰ, ਦੱਖਣ ਤੋਂ ਗੁਰੂ ਦੀਆਂ ਬਖਸ਼ਿਸ਼ਾਂ ਲੈਂਦੀਆਂ ਨੇ। ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰ ਅਨਹਰ ਲੀਲਾ ਕਰ ਹੈ ਔਰ ਨਿਰਹੰਕਾਰਾ। ਮਨ ਵਿੱਚ ਕੋਈ ਹੰਕਾਰ ਨਹੀਂ, ਕੋਈ ਮਾਣ ਨਹੀਂ, ਤੇ ਮਨੁੱਖੀ ਲੀਲਾ ਗੁਰੂ ਸਾਹਿਬ ਜਿਵੇਂ ਮਨੁੱਖ ਕਰਦੇ ਹਨ, ਇੱਦਾਂ ਦੀ ਮਹਾਰਾਜ ਲੀਲਾ ਕਰ ਹਨ। ਪਰਮੇਸ਼ਰ ਦਾ ਰੂਪ ਪਰ ਮਨੁੱਖੀ ਜਾਮੇ ਜਾਏ ਹਨ, ਇਸ ਕਰਕੇ ਮਨੁੱਖਾਂ ਵਾਲੀ ਲੀਲਾ ਕਰਦੇ ਹਨ। ਤੇਤ ਮ੍ਰਿਦੁਲ ਉਪਦੇਸ਼ ਕੋ ਲਗ ਸਭ ਹਿਨ ਪਿਆਰਾ। ਆਪਣੀ ਰਸਨਾ ਤੋਂ ਪਿਆਰ ਭਰੇ ਮਿੱਠੇ ਉਪਦੇਸ਼ ਦਿੰਦੇ ਹਨ। ਉਹਨਾਂ ਉਪਦੇਸ਼ਾਂ ਨੂੰ ਸੁਣ ਕੇ ਬੇਅੰਤ ਸੰਗਤਾਂ ਦਾ ਭਲਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਸਾਰੀਆਂ ਸੰਗਤਾਂ ਨੂੰ ਪਿਆਰੇ ਲੱਗਦੇ ਹਨ। ਕਰੇ ਅਚਮਤੀ ਸਹਿ ਕਰੇ ਸਿੱਧਾ ਸਭ ਦੀਨੀ। ਮਹਾਰਾਜ ਨੇ ਸੈਂਕੜੇ ਸਿੱਖਾਂ ਨੂੰ ਕਰਾਮਾਤਾਂ ਨਾਲ ਭਰਪੂਰ ਕਰ ਦਿੱਤਾ, ਸ਼ਕਤੀਆਂ ਨਾਲ ਭਰਪੂਰ ਕਰ ਦਿੱਤਾ, ਰਿੱਧੀਆਂ ਸਿੱਧੀਆਂ ਦੇ ਮਾਲਕ ਬਣਾ ਦਿੱਤੇ। ਇਹੋ ਜਿਹੇ ਸਿੱਖ ਸੀ ਗੁਰੂ ਅਰਜਨ ਦੇਵ ਜੀ ਦੇ ਕੋਲ ਵੀ ਬਚਨ ਨਾਲ ਹੀ ਮਾਰ ਦਿੰਦੇ ਤੇ ਬਚਨ ਨਾਲ ਹੀ ਜਵਾ ਦਿੰਦੇ ਸਨ। ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਹੋਰ ਵੀ ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾ, ਭਾਈ ਪੈੜਾ, ਭਾਈ ਮਾਧੋ ਸੋਢੀ ਵਰਗੇ ਬੇਅੰਤ ਹੋਰ ਵੀ ਸਿੱਖ ਇੱਕ ਤੋਂ ਇੱਕ ਚੜ੍ਹਦੇ ਕਮਾਈਆਂ ਵਾਲੇ। ਕਾਲੀ ਕਾਲ ਸਫਲਤ ਭੀ ਕਿਸ ਬਾਤ ਨ ਕੀਨੀ। ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਕਾਲਣਾ ਕਾਲੀ, ਸੇਵਾ ਕੀਤੀ, ਸਿਮਰਨ ਕੀਤਾ, ਉਹਨਾਂ ਦੀ ਘਾਲਣਾ ਬਿਰਥੀ ਨਹੀਂ ਜਾਣ ਦਿੱਤੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਗੁਰੂ ਮਹਾਰਾਜ ਆਪਣੇ ਸਿੱਖਾਂ ਦੀ ਕਮਾਈ ਬਿਰਥੀ ਨਹੀਂ ਜਾਣ ਦਿੰਦੇ।
ਜੋ ਵੀ ਸਿੱਖ ਗੁਰੂ ਘਰ 'ਚ ਸੇਵਾ ਕਰਦਾ, ਸਿਮਰਨ ਕਰਦਾ, ਕੋਈ ਵੀ ਸੇਵਾ ਕਿਸੇ ਤਰ੍ਹਾਂ ਦੀ ਵੀ, ਕੋਈ ਥੋੜ੍ਹੀ ਤੋਂ ਥੋੜ੍ਹੀ ਕਰੇ, ਬਹੁਤੀ ਤੋਂ ਬਹੁਤੀ ਕਰੇ, ਜਿੰਨੀ ਮਿਹਨਤ ਕਰਦਾ ਉਹਨਾਂ ਫਲ ਗੁਰੂ ਸਾਹਿਬ ਦਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ, ਅਜਮਤ ਨਹੀਂ ਜਨਾਬ ਤੇ ਸਿਰ ਦੇਤ ਨਾ ਤੇਰੇ। ਕਹਿੰਦੇ ਗੁਰੂ ਸਾਹਿਬ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਵੀ ਆਪਣੀ ਕਰਾਮਾਤ ਨਹੀਂ ਦਿਖਾਈ, ਆਪਣੀ ਸ਼ਕਤੀ ਜਣਾਈ ਨਹੀਂ। ਭਾਵੇਂ ਸੀਸ ਦੇਣਾ ਪੈ ਗਿਆ ਪਰ ਆਪਣੀ ਕਰਾਮਾਤ, ਆਪਣੀ ਸ਼ਕਤੀ ਜ਼ਾਹਰ ਨਹੀਂ ਕੀਤੀ। ਅਜਰ ਜਰਨ ਧੀਰਜ ਧਰਨ ਗੁਣ ਕਰੈ ਵਡੇਰੇ। ਅਜਰ ਨੂੰ ਜਰਨਾ, ਤਾਕਤ ਹੁੰਦਿਆਂ ਵੀ ਮੇਰੇ ਵਰਗੇ ਕੋਲ ਤਾਕਤ ਹੁੰਦੀ ਨਹੀਂ, ਉਵੇਂ ਲੋਕਾਂ ਵਿੱਚ ਆਪਣਾ ਪਖੰਡ ਬਣਾ ਲੈਂਦੇ ਵੀ ਬੜੀ ਤਾਕਤ ਹੈ, ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ। ਉਹੋ ਜਿਹੇ ਕੋਈ ਚੇਲੇ ਮਿਲ ਜਾਂਦੇ ਆ ਜਿਹੜੇ ਏਜੰਟ ਵਡਿਆਈਆਂ ਕਰ ਕਰਕੇ ਆਪਣੇ ਬਾਬਿਆਂ ਦੀਆਂ, ਤੇ ਉਹ ਬਹੁਤ ਉੱਚੇ ਪੁਲ ਬੰਨ੍ਹ ਦਿੰਦੇ ਆ, ਪੱਲੇ ਕੱਖ ਨਹੀਂ ਹੁੰਦਾ। ਗੁਰੂ ਸਾਹਿਬ ਕੋਲ ਸਾਰੀ ਸ਼ਕਤੀ, ਸਾਰਾ ਕੁਝ ਹੁੰਦਿਆਂ ਵੀ ਤੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਸਮਾਨ ਜਿਹਾ ਹੀ ਰੱਖਿਆ, ਸਧਾਰਨ ਜਿਹਾ ਹੀ। ਆਪ ਭਾਂਡੇ ਮਾਂਜਦੇ ਸੀ ਲੰਗਰ ਦੇ, ਆਪ ਸੇਵਾ ਕਰਨ ਲੱਗ ਜਾਂਦੇ ਸੀ, ਆਪ ਲੰਗਰ ਵਰਤਾਉਣ ਲੱਗ ਜਾਂਦੇ ਸੀ ਗੁਰੂ ਅਰਜਨ ਦੇਵ ਜੀ, ਆਪ ਹੀ ਸੰਗਤ ਦੇ ਜੋੜੇ ਝਾੜਨ ਲੱਗ ਜਾਂਦੇ ਸੀ। ਕਿੰਨੀ ਵੱਡੀ ਵਡਿਆਈ ਸੀ ਉਹਨਾਂ ਦੀ, ਕਿੰਨੇ ਮਹਾਨ ਸਨ ਸਤਿਗੁਰੂ, ਸੇਵਾ ਆਪ ਕਰਿਆ ਕਰਦੇ ਸਨ। ਹਾਂਜੀ, ਸਤਨਾਮ ਕੋ ਦਾਨ ਦੇ ਨਰ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਦਾ ਦਾਨ ਸੰਗਤਾਂ ਨੂੰ ਦੇ ਰਹੇ ਸਨ, ਲੋਕਾਂ ਨੂੰ ਭਗਤੀ ਦੇ ਲੜ ਲਾ ਰਹੇ ਸੀ। ਕਲਯੁਗ ਦੇ ਵਿੱਚ ਭਗਤੀ ਤੋਂ ਬਿਨਾਂ ਖਹਿੜਾ ਨਹੀਂ ਛੁੱਟਣਾ। ਕਲਯੁਗ ਵਿੱਚ ਹੋਰ ਕੋਈ ਸਾਧਨ ਇੰਨਾ ਕਾਰਗਰ ਨਹੀਂ ਜਿੰਨਾ ਭਗਤੀ ਸਾਧਨ। ਭਾਵਨਾ, ਸ਼ਰਧਾ, ਪਿਆਰ, ਸਿਮਰਨ, ਸੇਵਾ, ਇਹਦੇ ਵਿੱਚ ਮਹਾਰਾਜ ਸਿੱਖਾਂ ਨੂੰ ਲਾ ਰਹੇ ਸਨ। ਹਾਂਜੀ, ਬ੍ਰਹਮ ਗਿਆਨ ਮਹਿ ਨਿਪੁੰਨ ਕੋ ਸਿੱਧਾਂ ਸਮੁਦਾਏ। ਕਈਆਂ ਨੂੰ ਬ੍ਰਹਮ ਗਿਆਨ 'ਚ ਸੰਪੂਰਨ ਕਰਤਾ, ਕਿਸੇ ਨੂੰ ਭਗਤੀ 'ਚ ਕਰਤਾ, ਕਿਸੇ ਨੂੰ ਸੇਵਾ ਸਿਮਰਨ 'ਚ ਕਰਤਾ। ਜੈਸੀ ਜੈਸੀ ਕਿਸੇ ਦੀ ਅਵਸਥਾ। ਸਾਧ ਸੰਗਤ ਜੀ, ਇਹ ਗੱਲਾਂ ਜਦੋਂ ਤੁਰਾਂਗੇ ਨਾ ਇਸ ਰਸਤੇ ਤੇ ਫਿਰ ਸਮਝ ਆਉਂਦੀਆਂ। ਹੌਲੇ ਹੌਲੇ ਪਤਾ ਲੱਗਦਾ ਵੀ ਸੇਵਾ ਕੀ ਹੈ, ਸਿਮਰਨ ਕੀ ਹੈ, ਭਗਤੀ ਕੀ ਹੈ, ਰਿੱਧੀ ਸਿੱਧੀ ਕਿਵੇਂ ਆਉਂਦੀ, ਕਿਵੇਂ ਇਹਨੂੰ ਸੰਭਾਲਣਾ, ਕਿਵੇਂ ਇਹ ਖਰਾਬ ਵੀ ਕਰਦੀ ਰਿੱਧੀ ਸਿੱਧੀ, ਇਸ ਤੋਂ ਬਚਣਾ ਕਿਵੇਂ ਹੈ। ਇਹ ਸਾਰੀਆਂ ਚੀਜ਼ਾਂ ਸੇਵਾ ਸਿਮਰਨ ਨਾਲ ਸਹਿਜੇ ਸਹਿਜੇ ਪਤਾ ਲੱਗਦੀਆਂ। ਗੁਰੂ ਮਹਾਰਾਜ ਕੋਲ ਬੜੇ ਹੀ ਸਿੱਖ ਬੰਦਗੀ ਵਾਲੇ, ਕਮਾਈ ਵਾਲੇ ਹੋਏ ਹਨ। ਹਾਂਜੀ, ਸਭ ਦੇਸ਼ ਕੀ ਸੰਗਤ ਬਿਖੈ ਰਹਿ ਬ੍ਰਿੰਦ ਮਸੰਦਾ। ਮਹਾਰਾਜ ਦੇ ਸਾਰੇ ਪਾਸੇ ਮਸੰਦ ਰਹਿੰਦੇ ਸਿੱਖ ਭੇਜੇ ਹੋਏ, ਉਹ ਸਾਰੇ ਪਾਸੇ ਉਹ ਮਸੰਦ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ, ਨਾਮ ਬਾਣੀ ਦਾ ਪ੍ਰਚਾਰ ਕਰਦੇ ਸੰਗਤਾਂ ਵਿੱਚ। ਹਾਂਜੀ, ਆਗੇ ਹੋਏ ਨਿਜ ਸੰਗ ਲੈ ਤਰ ਸਹਿ ਸਤਕੰਦਾ। ਉਹ ਮਸੰਦ ਸੰਗਤ ਦੇ ਆਗੂ ਸਨ, ਆਪਣੇ ਇਲਾਕੇ ਦੀਆਂ ਸੰਗਤਾਂ ਦੇ ਜਥੇ ਬਣਾ ਕੇ ਉਹਨਾਂ ਦੇ ਅੱਗੇ ਲੱਗ ਕੇ ਸੰਗਤਾਂ ਨੂੰ ਲੈ ਕੇ ਆਉਂਦੇ ਸਨ, ਲਿਆ ਕੇ ਸੰਗਤ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਾਉਂਦੇ ਸਨ। ਕੋਈ ਨੱਕੇ ਦੇਸ਼ ਦਾ ਮਸੰਦ ਸੀ, ਕੋਈ ਲੰਮੇ ਦੇਸ਼ ਦਾ ਸੀ, ਕੋਈ ਮਾਝੇ ਦਾ ਸੀ, ਕੋਈ ਮਾਲਵੇ ਦਾ ਸੀ, ਕੋਈ ਦੁਆਬੇ ਦਾ ਸੀ, ਕੋਈ ਪੂਰਬ ਦੇਸ਼ ਦੇ ਮਸੰਦ ਸਨ, ਕੋਈ ਪੱਛਮ ਦੇ ਇਲਾਕੇ ਵਿੱਚੋਂ ਸਨ, ਕੋਈ ਦੱਖਣ ਵਿੱਚ ਸਨ, ਕੋਈ ਉੱਤਰ ਵਿੱਚ ਸਨ। ਉਹ ਮਸੰਦ ਜਿਹੜੇ ਸਨ ਗੁਰਬਾਣੀ ਪੜ੍ਹਦੇ ਸਨ, ਕਥਾ ਕਰਦੇ ਸਨ, ਕੀਰਤਨ ਕਰਦੇ ਸਨ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਸਨ। ਉਹਨਾਂ ਨੂੰ ਮਸੰਦ ਕਹਿੰਦੇ ਸੀ। ਹਾਂਜੀ, ਦੇਸ਼ ਵਿਦੇਸ਼ ਅਸ਼ੇਸ਼ ਮਹਲੇ ਕਰ ਗੁਰਕਾਰੇ। ਉਹ ਮਸੰਦ ਦੇਸ਼ਾਂ ਚੋਂ ਪ੍ਰਦੇਸ਼ਾਂ ਤੋਂ ਗੁਰੂ ਘਰ ਦੀ ਕਾਰ ਭੇਟਾ ਲੈ ਕੇ ਆਉਂਦੇ ਸਨ। ਹਾਂਜੀ, ਕਸ਼ਟ ਮਾਸ ਕੈ ਬਰਖ ਮੈਂ ਆਨੈ ਗੁਰਦੁਆਰੇ। ਕੋਈ 6 ਮਹੀਨੇ ਬਾਅਦ ਹੀ ਆ ਜਾਂਦੇ ਸਨ ਤੇ ਕੋਈ ਸਾਲ ਪਿੱਛੋਂ ਆਉਂਦੇ ਸਨ। ਸੰਗਤ ਨੂੰ ਲਿਆਉਂਦੇ ਸਨ ਤੇ ਗੁਰੂ ਦੇ ਦੁਆਰ ਤੇ ਗੁਰੂ ਦੇ ਚਰਨਾਂ ਤੇ ਝੁਕਾਉਂਦੇ ਸਨ। ਹਾਂਜੀ, ਦਰਬ ਵਿਸਾਲ ਸੋ ਆਏ ਜਿਮ ਤਿਮ ਖਰਚ ਵਿਸਾਲਾ। ਜਿਵੇਂ ਮਾਇਆ ਆਉਂਦੀ ਸੀ ਬਹੁਤ, ਉਵੇਂ ਖਰਚਾ ਵੀ ਗੁਰੂ ਘਰ ਦੇ ਵਿੱਚ ਮਹਾਰਾਜ ਖੁੱਲ੍ਹਾ ਕਰਦੇ ਸਨ। ਮਾਇਆ ਆਉਂਦੀ ਵੀ ਬੜੀ ਸੀ ਤੇ ਖਰਚਾ ਵੀ ਬੜਾ ਹੁੰਦਾ ਸੀ। ਲੰਗਰਾਂ ਦਾ ਖਰਚਾ, ਸਰੋਵਰਾਂ ਦਾ ਖਰਚਾ, ਬਿਲਡਿੰਗਾਂ ਦਾ ਖਰਚਾ, ਗੁਰੂ ਘਰ ਦੇ ਖਰਚੇ ਵੀ ਵੱਡੇ ਸੀ। ਗੁਰੂ ਸਾਹਿਬ ਉੱਦਾਂ ਹੀ ਮਸੰਦਾਂ ਨੂੰ ਸਾਰਾ ਕੁਝ ਮਸੰਦਾਂ ਨੂੰ ਸੌਂਪਿਆ ਹੋਇਆ ਸੀ। ਗੁਰੂ ਸਾਹਿਬ ਨਹੀਂ ਸੀ ਪੁੱਛਦੇ ਕਿਸੇ ਤੋਂ ਵੀ ਆਮਦਨ ਕਿੰਨੀ ਆਈ ਹੈ, ਖਰਚਾ ਕਿੰਨਾ। ਉਹਨਾਂ ਨੂੰ ਨਹੀਂ ਸੀ ਇਸ ਚੀਜ਼ ਦਾ ਧਿਆਨ। ਸਭ ਕੁਝ ਜਾਣਦੇ ਸਨ, ਅੰਤਰਜਾਮੀ ਸਨ, ਪਰ ਇੱਧਰ ਧਿਆਨ ਨਹੀਂ ਸੀ। ਉਹਨਾਂ ਦਾ ਕੰਮ ਭਜਨ ਬੰਦਗੀ ਵਿੱਚ ਸੀ। ਮਸੰਦ ਗੁਰੂ ਘਰ ਦੀ ਆਮਦਨ ਵੀ ਸਾਂਭਦੇ ਸਨ
ਤੇ ਖਰਚਾ ਵੀ ਦੇਖਦੇ ਸਨ। ਹਾਂਜੀ, तेग अतोटी चलत है नित दिन जग काला। ਗੁਰੂ ਕਾ ਲੰਗਰ ਅਤੁੱਟ ਵਰਤਦਾ ਸੀ। 24 ਘੰਟੇ ਲੰਗਰ। ਹੁਣ ਵੀ ਗੁਰੂ ਰਾਮਦਾਸ ਦਾ ਲੰਗਰ ਅੰਮ੍ਰਿਤਸਰ 24 ਘੰਟੇ ਹੀ ਹੈ। ਅੱਧੀ ਰਾਤ ਨੂੰ ਚੱਲੇ ਜੋ 2 ਵਜੇ 3 ਵਜੇ 4 ਵਜੇ ਸਭ ਤੁਹਾਨੂੰ ਪ੍ਰਸ਼ਾਦਾ ਮਿਲੇਗਾ। ਰਾਤ ਨੂੰ ਦਿਨੇ ਤਾਂ ਮਿਲਣਾ ਹੀ, ਰਾਤ ਨੂੰ ਗੁਰੂ ਘਰ 'ਚ ਵੀ ਅਤੁੱਟ ਲੰਗਰ ਵਰਤਦਾ ਸੀ। अचा आहार हजार ही नित प्रत नर आवे। ਹਜ਼ਾਰਾਂ ਹੀ ਲੋਕ ਰੋਜ਼ ਆਉਂਦੇ, ਹਜ਼ਾਰਾਂ ਬੰਦਿਆਂ ਦਾ ਲੰਗਰ ਰੋਜ਼ ਪੱਕਦਾ ਸੀ। ਹੁਣ ਵੀ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੀ ਵਡਿਆਈ ਅੰਮ੍ਰਿਤਸਰ ਅੱਜ ਦਾ ਰਿਕਾਰਡ ਹੈ ਵੀ 2 ਲੱਖ ਤੋਂ ਉੱਤੇ ਬੰਦਾ ਰੋਜ਼ ਪ੍ਰਸ਼ਾਦਾ ਛਕਦਾ ਹੈ। ਵਰਲਡ ਵਿੱਚ ਪਹਿਲਾ ਨੰਬਰ ਜਦੋਂ ਆ ਪਿੱਛੇ ਜੀ ਰਿਸਰਚ ਹੋਈ ਹੈ ਵੀ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਕਿਚਨ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ, ਜਿਹਦੇ ਵਿੱਚ 2 ਲੱਖ ਬੰਦੇ ਦਾ 3 ਲੱਖ ਬੰਦੇ ਦਾ ਰੋਜ਼ ਦਾ ਲੰਗਰ ਬਣਦਾ ਤੇ ਛਕਦੀ ਸੰਗਤ। ਇਹ ਹੈ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ, ਗੁਰੂ ਦੇ ਲੰਗਰ ਦੀ ਮਹਿਮਾ। ਹਾਂਜੀ, निकट हजारों रहत है गुर के घर खावे। ਹਜ਼ਾਰਾਂ ਲੋਕ ਮਹਾਰਾਜ ਦੇ ਕੋਲ ਆਉਂਦੇ ਨੇ, ਹਜ਼ਾਰਾਂ ਜਾਂਦੇ ਨੇ ਰੋਜ਼, ਤੇ ਹਜ਼ਾਰਾਂ ਉੱਥੇ ਰਹਿੰਦੇ ਨੇ। ਗੁਰੂ ਦਾ ਲੰਗਰ ਤਾਂ ਛਕਣਾ ਹੀ ਹੈ ਨਾ, 2 ਟਾਈਮ ਪ੍ਰਸ਼ਾਦਾ ਗੁਰੂ ਦਾ ਲੰਗਰ ਵਰਤਦਾ ਹੀ ਰਹਿੰਦਾ ਹੈ। ਹਾਂਜੀ, सिरे पाओ पुन देत है सिख हुआ मुख जोई। ਫਿਰ ਜਿਹੜੇ ਮਸੰਦ ਸਿੱਖ ਮੁਖੀ ਹੁੰਦੇ ਨੇ ਉਹਨਾਂ ਨੂੰ ਗੁਰੂ ਘਰ 'ਚੋਂ ਸਰੋਪੇ ਵੀ ਦੇਣੇ ਪੈਂਦੇ ਨੇ। ਸਰੋਪੇ ਦਾ ਵੀ ਖਰਚਾ ਜਿਹੜਾ ਉਹ ਬਹੁਤ ਹੁੰਦਾ ਹੈ। ਹਾਂਜੀ, प्रेंत मसंद बिलंद तहन ले गुर ते सोई। ਬਹੁਤ ਸਾਰੇ ਮਸੰਦ ਜਿਹੜੇ ਨੇ ਉਹ ਆਪਣੇ ਘਰਾਂ ਦਾ ਖਰਚਾ ਚਲਾਉਣ ਲਈ, ਆਪਣੇ ਪਰਿਵਾਰਾਂ ਦੇ ਲਈ ਗੁਰੂ ਸਾਹਿਬ ਤੋਂ ਮਾਇਆ ਲੈਂਦੇ ਵੀ ਨੇ। ਹਾਂਜੀ, इत्यादि नित खर्च को कुछ टोट न आवे। ਇਸ ਤਰ੍ਹਾਂ ਦੇ ਬੜੇ ਖਰਚੇ ਨੇ, ਬੜਾ ਖਰਚਾ, ਲੱਖਾਂ ਦਾ ਖਰਚਾ ਰੋਜ਼। ਪਰ ਗੁਰੂ ਨਾਨਕ ਸਾਹਿਬ ਦਾ ਘਰ ਇਹੋ ਜਿਹਾ ਵੀ ਘਾਟਾ ਨਹੀਂ ਪੈਂਦਾ, ਤੋਟ ਨਹੀਂ ਆਉਂਦੀ। गाय रबाबी पुंज साध सो तन गन पावे। ਰਬਾਬੀ ਕੀਰਤਨ ਕਰਦੇ ਰਹਿੰਦੇ ਨੇ ਤੇ ਸਾਰਿਆਂ ਦਾ ਮਾਣ ਸਨਮਾਨ ਹੁੰਦਾ, ਸਾਰਿਆਂ ਨੂੰ ਮਾਇਆ ਮਿਲਦੀ। ਰਬਾਬੀਆਂ ਨੂੰ ਵੀ ਮਹਾਰਾਜ ਬਹੁਤ ਸਾਰੀਆਂ ਬਖਸ਼ਿਸ਼ਾਂ ਦਿੰਦੇ ਨੇ। गुर कर को बड़ खर्च नित गन बरखाबर हंते। ਕਹਿੰਦੇ ਗੁਰੂ ਘਰ ਦੇ ਹੋਰ ਵੀ ਖਰਚੇ ਬੜੇ ਨੇ, ਸਵਾਰੀਆਂ ਦੇ, ਗੱਡਿਆਂ ਦੇ, ਰੇੜਿਆਂ ਦੇ। ਜਿਵੇਂ ਅੱਜ ਕੱਲ੍ਹ ਕਹਿੰਦਾ ਗੱਡੀਆਂ ਕਾਰਾਂ ਦੇ ਖਰਚੇ, ਪਹਿਲਾਂ ਬਲਦਾਂ ਦੇ ਖਰਚੇ। ਗੱਡਿਆਂ ਵਿੱਚ ਪਹਿਲਾਂ ਬਲਦ ਜੁੜਦੇ, ਉਹਨਾਂ ਦੇ 2-2 ਬਲਦ ਜੁੜਦੇ, ਦੋਵਾਂ ਦੇ ਖਰਚੇ ਲਾਓ। ਇੱਕ ਥੋੜ੍ਹਾ ਜੋੜੀ ਹੋਣੀ, ਬੜੇ ਗੱਡੇ ਹੋਣਗੇ, ਬੜੇ ਬੈਲ ਬਲਦ, ਬਹੁਤ ਸਾਰੇ ਘੋੜੇ, ਬਹੁਤ ਸਾਰੇ ਪਸ਼ੂ ਦੁੱਧ ਚੋਣ ਵਾਸਤੇ ਵੀ ਰੱਖੇ, ਮੱਝਾਂ ਗਾਵਾਂ ਵੀ, ਉਹਨਾਂ ਦੇ ਘਾਹ ਪੱਠੇ ਦਾ ਖਰਚਾ ਬਹੁਤ ਵੱਡਾ ਕੰਮ ਸੀ ਗੁਰੂ ਸਾਹਿਬ ਦਾ। ਹਾਂਜੀ, खरे तबेले हन के तन देत लहंते। ਕਹਿੰਦੇ ਘੋੜੇ ਵੀ ਖੜੇ ਨੇ ਤਬੇਲੇ ਵਿੱਚ, ਉਹਨਾਂ ਨੂੰ ਵੀ ਖੁਰਾਕ ਚਾਹੀਦੀ ਹੈ, ਉਹਨਾਂ ਦੇ ਉੱਤੇ ਖਰਚਾ। ਉਹਨੂੰ ਖਰੀਦਣਾ ਵੀ ਘੋੜੇ ਨੂੰ ਮਹਿੰਗਾ, ਫਿਰ ਪਾਲਣਾ ਉਸ ਤੋਂ ਵੀ ਮਹਿੰਗਾ। ਘੋੜਿਆਂ ਦੀ ਸੇਵਾ ਕਰਨੀ, ਘੋੜਿਆਂ ਨੂੰ ਪੱਠੇ ਪਾਣੇ, ਘੋੜਿਆਂ ਦਾ ਖਰਖਣਾ ਕਰਨਾ। ਇੱਕ ਘੋੜੇ ਤੇ ਇੱਕ ਬੰਦਾ ਚਾਹੀਦਾ ਨੌਕਰ, ਉਹਦੀ ਤਨਖਾਹ ਵੀ ਦੇਣੀ। ਇੱਦਾਂ ਗੁਰੂ ਘਰ ਦੇ ਖਰਚੇ ਕਵੀ ਜੀ ਦੱਸ ਰਹੇ, ਭਾਈ ਸੰਤੋਖ ਸਿੰਘ ਜੀ। ਅੱਜ ਕੱਲ੍ਹ ਲੋਕ ਕਹਿੰਦੇ ਸੂਰਜ ਪ੍ਰਕਾਸ਼ ਕਾਹਦੇ ਵਾਸਤੇ ਲਿਖਿਆ ਜੀ, ਕੀ ਲੋੜ ਹੈ? ਸਾਧ ਸੰਗਤ ਜੀ, ਗੁਰੂ ਘਰ ਦਾ ਰੋਜ਼ਨਾਮਚਾ ਹੈ। ਨਿੱਕੀ ਨਿੱਕੀ ਗੱਲ। ਮਾਨ ਸਿੰਘ ਜੀ ਝੌਰ ਸਾਹਿਬ ਲਿਖਿਆ, ਕਹਿੰਦੇ ਹੁੰਦੇ ਸੀ ਕਥਾ 'ਚ, ਉਹ ਕਹਿੰਦੇ ਗਿੱਠਾਂ ਵਿਣ ਕੇ ਇਤਿਹਾਸ ਲਿਖਣਾ ਪੈਂਦਾ। ਜੇ ਕਵੀ ਸੰਤੋਖ ਸਿੰਘ ਨਾ ਹੁੰਦਾ ਤੇ ਸਾਡੇ ਗੁਰੂਆਂ ਦਾ ਇਤਿਹਾਸ ਸਾਨੂੰ ਪਤਾ ਨਾ ਲੱਗਦਾ। ਆਹ ਦੇਖੋ ਸਾਡੀ ਸੁਰਤ ਅੰਮ੍ਰਿਤਸਰ ਪਹੁੰਚੀ ਹੋਈ ਇਸ ਟਾਈਮ, ਕਵੀ ਜੀ ਨੇ ਪਹੁੰਚਾਈ ਹੈ। ਹਰ ਚੀਜ਼ ਦਾ ਧਿਆਨ ਦੇ ਰਹੇ ਨੇ, ਹਰ ਚੀਜ਼ 'ਤੇ ਨਿਗਾਹ ਰੱਖ ਰਹੇ ਨੇ। ਕਹਿੰਦੇ ਆ ਵੀ ਬੜਾ ਖਰਚਾ ਗੁਰੂ ਘਰ ਦਾ, ਘੋੜਿਆਂ ਦਾ, ਬਲਦਾਂ ਦਾ, ਉਹ ਹੀ ਬੜਾ ਖਰਚਾ। ਹਾਂਜੀ, सेवा हित सब पसन के राखे गन दासा। ਫਿਰ ਉਹਨਾਂ ਪਸ਼ੂਆਂ ਦੇ ਵਾਸਤੇ ਨੌਕਰ ਵੀ ਰੱਖੇ, ਦਾਸ ਵੀ ਰੱਖੇ। ਜਿੰਨੇ ਪਸ਼ੂ ਨੇ ਉਹਨਾਂ ਦੇ ਘਾਹ ਪੱਠਾ ਪਾਉਣ ਲਈ, ਪਾਣੀ ਪਿਆਉਣ ਲਈ, ਉਹਨਾਂ ਦਾ ਗੋਹਾ ਕੂੜਾ ਸਾਂਭਣ ਲਈ ਬੜੇ ਸੇਵਾਦਾਰ ਨੌਕਰ ਰੱਖੇ ਹੋਏ ਨੇ। ਹਾਂਜੀ, लेत चाकरी सकल सो प्राप्त धन रासा। ਉਹਨਾਂ ਨੂੰ ਵੀ ਤਨਖਾਹਾਂ ਦੇਣੀਆਂ ਪੈਂਦੀਆਂ। ਉਹ ਗਰੀਬ ਲੋਕ ਵਿਚਾਰੇ, ਕਿਉਂਕਿ ਪ੍ਰਸ਼ਾਦਾ ਤੇ ਸਾਰਿਆਂ ਨੇ ਛਕਣਾ, ਆਪਣੇ ਬੱਚੇ ਵੀ ਪਾਲਣੇ ਆ। ਜਿਹੜੇ ਗੁਰੂ ਘਰ ਦੇ ਪਸ਼ੂਆਂ ਦੀ ਸੇਵਾ ਕਰਦੇ ਆ, ਗੁਰੂ ਘਰ ਦੇ ਘੋੜਿਆਂ ਦੀ ਲਿੱਦ ਚੁੱਕਦੇ ਆ, ਬਲਦਾਂ ਦਾ ਗੋਹਾ ਕੂੜਾ ਸਾਂਭਦੇ ਆ, ਮੱਝਾਂ ਗਊਆਂ ਸਾਂਭਦੇ ਆ,
ਉਹਨਾਂ ਦਾ ਸਾਰਾ ਖਰਚਾ ਬਹੁਤ ਜ਼ਿਆਦਾ ਗੁਰੂ ਸਾਹਿਬ ਜੀ ਨੂੰ ਦੇਣਾ ਪੈਂਦਾ ਖਜ਼ਾਨੇ ਵਿੱਚੋਂ। ਹਾਂਜੀ, ਅਪਰ ਥਾਨ ਜਿਸ ਕੇ ਨਹੀਂ ਪਿਤ ਹਾਥ ਨਾ ਆਵੇ। ਕਹਿੰਦੇ ਗੁਰੂ ਘਰ ਦੇ ਵਿੱਚ ਹੋਰ ਵੀ ਕਈ ਲੋਕ ਰਹਿੰਦੇ ਨੇ, ਨੌਕਰ ਤਾਂ ਰਹਿੰਦੇ ਨੇ, ਜਿਨ੍ਹਾਂ ਨੂੰ ਕਿਤੇ ਨੌਕਰੀ ਨਹੀਂ ਮਿਲਦੀ, ਕਿਤੇ ਸਹਾਰਾ ਨਹੀਂ ਮਿਲਦਾ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਖਾਣ ਨੂੰ ਰੋਟੀ ਨਹੀਂ, ਪਹਿਨਣ ਨੂੰ ਕੱਪੜਾ ਨਹੀਂ, ਕੋਈ ਰੁਜ਼ਗਾਰ ਦਾ ਸਾਧਨ ਨਹੀਂ। ਹਾਂਜੀ, ਸੋ ਗੁਰ ਕੇ ਪੁਰ ਗਿਰ ਰਹਿ ਨਿਤ ਭੋਜਨ ਖਾਵੇ। ਉਹ ਵੀ ਗੁਰੂ ਮਹਾਰਾਜ ਦੇ ਦਰ ਤੇ ਆ ਕੇ ਬਹਿ ਜਾਂਦੇ, ਰੋਟੀ ਤਾਂ ਖਾਣੀ ਵਿਚਾਰਿਆਂ ਨੇ। ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਜਿਨ੍ਹਾਂ ਦਾ ਕੋਈ ਰੁਜ਼ਗਾਰ ਨਹੀਂ, ਕੰਮਕਾਰ ਨਹੀਂ, ਉਹ ਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਲੰਗਰ ਜਾ ਕੇ ਪ੍ਰਸ਼ਾਦਾ ਛਕੀ ਜਾਂਦੇ, ਉੱਥੇ ਨਾਮ ਜਪੀ ਜਾਂਦੇ ਆ। ਜੇ ਕੋਈ ਸੇਵਾ ਮਿਲੇ ਤੇ ਸੇਵਾ ਕਰ ਲਈ ਤੇ ਲੰਗਰ ਪ੍ਰਸ਼ਾਦਾ ਛਕ ਛੱਡਿਆ। ਉੱਦਾਂ ਦੇ ਵੀ ਬੜੇ ਨੇ, ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾਉਣਾ ਇੱਕ ਦੋ ਥੋੜਾ ਨੇ, ਸੈਂਕੜੇ ਹੀ ਨੇ। ਹਾਂਜੀ, ਮਾਣਨ ਕੇ ਪ੍ਰਭੂ ਬਹੁ ਤਾਣ ਨਿਤਾਣੇ। ਧੰਨ ਗੁਰੂ ਅਰਜਨ ਦੇਵ ਜੀ ਨਿਵਾਣਿਆਂ ਦੇ ਮਾਣ ਨੇ ਤੇ ਨਿਤਾਣਿਆਂ ਦੇ ਤਾਣ ਨੇ। ਜਿਨ੍ਹਾਂ ਦਾ ਕਿਤੇ ਕੋਈ ਵਿਚਾਰਿਆਂ ਦਾ ਆਸਰਾ ਨਹੀਂ, ਉਹਨਾਂ ਨਿਆਸਰਿਆਂ ਦੇ ਆਸਰੇ ਨੇ ਗੁਰੂ ਜੀ। ਖਾਏ ਗੁਰੂ ਕੇ ਸਦਨ ਤੇ ਮਾਨਸ ਹਰ ਪਾਣੀ। ਗੁਰੂ ਦੇ ਘਰ ਤੋਂ ਸਾਰਿਆਂ ਨੂੰ ਪ੍ਰਸ਼ਾਦਾ ਮਿਲਦਾ, ਲੰਗਰ ਮਿਲਦਾ। ਗੁਰੂ ਘਰ ਨਿਆਸਰਿਆਂ ਦਾ ਆਸਰਾ, ਨਿਮਾਣਿਆਂ ਦਾ ਮਾਣ, ਨਿਉਟਿਆਂ ਦੀ ਓਟ, ਤੇ ਸਾਰੇ ਇੱਥੋਂ ਲੰਗਰ ਪ੍ਰਸ਼ਾਦਾ ਛਕਦੇ ਨੇ। ਸਤਨਾਮ ਕੋ ਸਿਮਰਬੋ ਪਸਰਿਓ ਜਗ ਸਾਰੇ। ਤੇ ਗੁਰੂ ਸਾਹਿਬ ਜੀ ਨੇ ਸਭ ਨੂੰ ਇੱਕੋ ਹੀ ਗੱਲ ਕਹੀ ਵੀ ਭਾਈ ਪਰਮੇਸ਼ਰ ਦਾ ਨਾਮ ਜਪੋ ਤੇ ਲੰਗਰ ਪ੍ਰਸ਼ਾਦਾ ਛਕੀ ਜਾਓ। ਹੋਰ ਕੋਈ ਗੱਲ ਨਹੀਂ, ਕੋਈ ਕੰਡੀਸ਼ਨ ਨਹੀਂ ਲਾਈ ਹੋਈ ਵੀ ਆਹ ਕੰਮ ਕਰੋਗੇ ਤੇ ਲੰਗਰ ਛਕਾਵਾਂਗੇ, ਆਹ ਕੰਮ ਕਰੋਗੇ ਤਾਂ ਛਕਾਵਾਂਗੇ। ਕੋਈ ਨਾ ਕਰੋ, ਕਰੋ ਨਾ ਕਰੋ, ਬਸ ਲੰਗਰ ਛਕਣਾ ਤੇ ਨਾਮ ਜਪਣਾ। ਤੇ ਸੰਗਤਾਂ ਗੁਰੂ ਦੇ ਦਰ ਤੇ ਨਾਮ ਜਪੀ ਜਾਂਦੀਆਂ, ਭੋਜਨ ਪ੍ਰਸ਼ਾਦਾ ਛਕੀ ਜਾਂਦੀਆਂ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਇਹ ਦੁਨੀਆ ਵੀ ਸੁਖੀ ਤੇ ਆਪਣੇ ਸਿੱਖਾਂ ਦਾ ਪਰਲੋਕ ਵੀ ਸੁਖੀ ਕਰ ਰਹੇ ਨੇ ਗੁਰੂ ਜੀ। ਹਾਂਜੀ, ਭਗਤ ਕਰ ਹੈ ਮਿਲ ਸੰਗਤਾ ਗੁਰ ਜਸ ਉਚਾਰੇ। ਸੰਗਤਾਂ ਮਿਲ ਕੇ ਗੁਰੂ ਗੁਰੂ ਜਪਦੀਆਂ, ਭਗਤੀ ਕਰਦੀਆਂ, ਗੁਰੂ ਦਾ ਜਸ ਉਚਾਰਦੀਆਂ। ਹਾਂਜੀ, ਤਜਾ ਬਿਕਾਰਨ ਕੋਰ ਦੇ ਗੁਣ ਗਨ ਉਪਜਾਵੇ। ਵਿਕਾਰਾਂ ਨੂੰ ਛੱਡ ਕੇ ਸ਼ੁਭ ਗੁਣ ਧਾਰਨ ਕਰਦੀਆਂ ਨੇ, ਭਜਨ ਬੰਦਗੀ ਕਰਦੀਆਂ ਨੇ। ਸਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਇਹੋ ਜਿਹੀਆਂ ਜਿਹੜੀਆਂ ਚੰਗਿਆਈਆਂ ਨੇ ਉਹ ਗ੍ਰਹਿਣ ਕਰਦੇ ਨੇ ਸਿੱਖ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਮਾੜੇ ਔਗਣ, ਉਹਨਾਂ ਨੂੰ ਛੱਡਦੇ ਨੇ ਸਿੱਖ। ਹਾਂਜੀ, ਸੁਨ ਹੈ ਉਚਾਰ ਹੈ ਕੀਰਤਨ ਪ੍ਰਭ ਪ੍ਰੀਤ ਲਗਾਵੇ। ਗੁਰੂ ਦੀ ਬਾਣੀ ਪੜ੍ਹਦੇ ਨੇ, ਗੁਰੂ ਦੀ ਬਾਣੀ ਸੁਣਦੇ ਨੇ, ਕੀਰਤਨ 'ਚ ਧਿਆਨ ਲੱਗਾ ਰਹਿੰਦਾ। ਹਰਿਮੰਦਰ ਸਾਹਿਬ 'ਚ ਕੀਰਤਨ ਹੁੰਦਾ ਹੀ ਰਹਿੰਦਾ। ਗੁਰੂ ਸਾਹਿਬ ਸੰਗਤਾਂ ਨੂੰ ਕੀਰਤਨ ਕਥਾ ਸੁਣਾਉਂਦੇ ਰਹਿੰਦੇ ਨੇ। ਹਾਂਜੀ, ਤਲਤਾ ਸੁੰਦਰ ਭਗਤ ਕੀ ਸਭ ਦੇਸ਼ ਬਿਥਾਰੀ। ਗੁਰੂ ਮਹਾਰਾਜ ਨੇ ਭਗਤੀ ਦੀ ਨਦੀ ਗੰਗਾ ਚਲਾ ਦਿੱਤੀ ਹੈ ਸਾਰੀ ਦੁਨੀਆ 'ਚ, ਸਾਰੇ ਦੇਸ਼ ਵਿੱਚ, ਦੇਸ਼ਾਂ ਪ੍ਰਦੇਸ਼ਾਂ ਵਿੱਚ। ਗੰਗਾ ਤਾਂ ਇੱਕ ਪਾਸੇ ਵਗਦੀ ਹੈ, ਪਰ ਭਗਤੀ ਦੀ ਗੰਗਾ ਘਰ ਘਰ ਵਗਦੀ ਹੈ। ਭਗਤੀ ਦੀ ਗੰਗਾ ਸਿੱਖਾਂ ਦੇ ਹਿਰਦਿਆਂ 'ਚ ਵਸਦੀ, ਹਿਰਦਿਆਂ 'ਚ ਵਗਦੀ ਹੈ। ਪਿਆਰ ਦੀ, ਸ਼ਰਧਾ ਦੀ, ਭਾਵਨਾ ਦੀ ਇਹ ਗੰਗਾ ਚਲਾ ਦਿੱਤੀ ਗੁਰੂ ਜੀ ਨੇ। ਹਾਂਜੀ, ਸਿੱਖ ਮੀਰ ਨਹਿ ਤਜ ਸਕ ਹੈ ਸ਼ਰਧਾ ਬਰਬਾਰੀ। ਗੁਰੂ ਦੇ ਸਿੱਖ ਜਿਹੜੇ ਨੇ ਉਹ ਇਸ ਭਾਵਨਾ ਦੇ ਨਾਲ ਆਪਣਾ ਲੋਕ ਪ੍ਰਲੋਕ ਸੁਧਾਰਦੇ ਨੇ। ਸ਼ਰਧਾ ਦਾ ਅੰਮ੍ਰਿਤ ਜਲ ਉਹਦੇ ਵਿੱਚ ਇਸ਼ਨਾਨ ਕਰਦੇ ਨੇ। ਸਤਿਗੁਰ ਕਮਲ ਪ੍ਰਫੁੱਲ ਤੇ ਜਨ ਗਨ ਜਲ ਜੰਤਾ। ਜਿਵੇਂ ਮੱਛੀ ਸਾਧ ਸੰਗਤ ਜੀ ਪਾਣੀ ਨੂੰ ਛੱਡ ਨਹੀਂ ਸਕਦੀ, ਭਗਤੀ ਦੀ ਗੰਗਾ ਨੂੰ ਸਿੱਖ ਛੱਡ ਨਹੀਂ ਸਕਦੇ, ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦੇ। ਤੇ ਗੁਰੂ ਦੇ ਇਸ ਗੰਗਾ ਦੇ ਵਿੱਚ, ਜਿਵੇਂ ਗੰਗਾ 'ਚ ਮੱਛੀਆਂ ਹੁੰਦੀਆਂ ਨੇ, ਕਛੂਏ ਹੁੰਦੇ ਨੇ, ਪਾਣੀ ਦੇ ਜੀਵ ਹੁੰਦੇ ਨੇ, ਗੁਰੂ ਦੇ ਸਿੱਖ ਇਸ ਭਗਤੀ ਦੀ ਗੰਗਾ ਦੇ ਵਿੱਚ ਸ਼ੁਭ ਗੁਣਾ ਰੂਪੀ ਉਹਨਾਂ ਜਨਤਾ ਨੂੰ ਦੇਖਦੇ ਨੇ। ਬ੍ਰਹਮ ਬੇਮੁਖਤਾ ਕੂਲ ਦਵਾ ਸੰਸੇ ਤਰਹੰਤਾ। ਜਿਵੇਂ ਗੰਗਾ ਆਪਣੇ ਦੋਵੇਂ ਕਿਨਾਰਿਆਂ ਦੇ ਉੱਤੇ ਉੱਗੇ ਹੋਏ ਦਰਖਤਾਂ ਨੂੰ ਤੋੜ ਕੇ ਲੈ ਜਾਂਦੀ ਹੈ, ਪੁੱਟ ਕੇ ਲੈ ਜਾਂਦੀ ਹੈ। ਨਦੀ ਦੇ ਕਿਨਾਰੇ ਤੇ ਰੁੱਖਾਂ ਨੂੰ ਨਦੀਆਂ ਪੁੱਟ ਕੇ ਲੈ ਜਾਂਦੀਆਂ ਨਾ। ਇਹ ਜਿਹੜੀ ਭਗਤੀ ਦੀ ਨੰਦਾ ਗੰਗਾ ਹੈ ਨਾ, ਇਹ ਦੋ ਤਰ੍ਹਾਂ ਦੇ ਦਰਖਤ ਪੁੱਟਦੀ ਹੈ ਦੋ ਕਿਨਾਰਿਆਂ ਤੋਂ। ਕਿਹੜੇ ਕਿਹੜੇ? ਭਰਮ, ਬੇਮੁਖਤਾ,
ਇੱਕ ਹੈ ਭਰਮ। ਭਰਮ ਸਾਰੀ ਦੁਨੀਆ 'ਚ ਪਿਆ ਹੋਇਆ। ਭਰਮ ਦੇ ਵਿੱਚ ਰੱਸੀ ਸੱਪ ਬਣ ਕੇ ਦਿਸਦੀ ਹੈ, ਹੁੰਦੀ ਰੱਸੀ ਹੈ ਪਰ ਲੱਗਦਾ ਸੱਪ ਹੈ। ਇਹ ਭਰਮ ਦੀ ਡੈਫੀਨੇਸ਼ਨ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਆਹ ਦੁਨੀਆ ਸੱਚੀ ਦਿਸਦੀ ਹੈ, ਪਰਮਾਤਮਾ ਝੂਠਾ ਲੱਗਦਾ। ਜਿਹੜਾ ਸੱਚਾ ਹੈ ਉਹ ਝੂਠਾ ਦਿਸਦਾ, ਜਿਹੜੀ ਮਾਇਆ ਝੂਠੀ ਹੈ ਉਹ ਸੱਚੀ ਦਿਸਦੀ ਹੈ। ਇਹ ਭਰਮ ਕਰਕੇ ਜਿਵੇਂ ਰੱਸੀ ਸੱਪ ਬਣ ਜਾਂਦਾ ਭਰਮ ਦੇ ਨਾਲ, ਇੱਦਾਂ ਇਹ ਸੰਸਾਰ ਝੂਠਾ ਸੱਚਾ ਦਿਸਦਾ। ਪਰਮਾਤਮਾ ਸਾਨੂੰ ਐਵੇਂ ਹੀ ਲੱਗਦਾ ਪਤਾ ਨਹੀਂ ਰੱਬ ਹੈ ਵੀ ਹੈ ਕਿ ਨਹੀਂ ਹੈ। ਇਹ ਭਰਮ ਦਾ ਇੱਕ ਤਾਂ ਦਰਖਤ ਇਹ ਭਗਤੀ ਪੁੱਟ ਦਿੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਨਦੀ ਆਪਣੇ ਕਿਨਾਰੇ ਦੇ ਬੂਟੇ ਪੁੱਟਦੀ ਹੈ, ਇਹ ਵੀ ਪੁੱਟਦੀ ਹੈ, ਭਗਤੀ ਵੀ ਪੁੱਟਦੀ ਹੈ। ਉਹ ਕਿਵੇਂ ਪੁੱਟਦੀ ਹੈ? ਇੱਕ ਤਾਂ ਭਰਮ ਨੂੰ ਪੁੱਟਦੀ ਹੈ। ਦੂਜਾ ਦਰਖਤ ਕਿਹੜਾ? ਬੇਮੁਖਤਾ ਦਾ। ਆਪਣੇ ਗੁਰੂ ਤੋਂ ਬੇਮੁਖ ਹੋ ਜਾਣਾ, ਪਰਮੇਸ਼ਰ ਤੋਂ ਬੇਮੁਖ ਹੋ ਜਾਣਾ, ਨਾਸਤਿਕਤਾ, ਉਹਨੂੰ ਇਹ ਖਤਮ ਕਰ ਦਿੰਦੀ ਭਗਤੀ। ਜਿੱਥੇ ਭਗਤੀ ਆ ਜਾਏ ਉੱਥੇ ਨਾਸਤਿਕਤਾ ਨਹੀਂ ਰਹਿੰਦੀ। ਜਿੱਥੇ ਨਾਸਤਿਕਤਾ ਹੋਵੇ ਉੱਥੇ ਭਗਤੀ ਨਹੀਂ ਹੁੰਦੀ, ਜਿੱਥੇ ਭਗਤੀ ਹੁੰਦੀ ਹੈ ਉੱਥੇ ਨਾਸਤਿਕਤਾ ਨਹੀਂ ਹੁੰਦੀ। ਹਾਂਜੀ। ਬ੍ਰਹਮ ਗਿਆਨ ਸਾਗਰ ਬਹਾ ਤਿਸ ਕੋ ਸਮਹਾਈ। ਔਰ ਜਿਵੇਂ ਗੰਗਾ ਜਾਂਦੀ ਸਮੁੰਦਰ ਵੱਲ, ਨਦੀਆਂ ਕਿੱਧਰ ਜਾਂਦੀਆਂ ਨੇ? ਸਾਰੀਆਂ ਨਦੀਆਂ ਸਮੁੰਦਰ 'ਚ ਜਾ ਕੇ ਪੈਂਦੀਆਂ। ਧਰਤੀ ਤੇ 999 ਨਦੀਆਂ ਮੰਨੀਆਂ ਗਈਆਂ। 999 ਨਦੀਆਂ ਜਾਂਦੀਆਂ ਕਿੱਥੇ ਨੇ? ਸਮੁੰਦਰ ਦੇ ਵਿੱਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਲਿਖਿਆ ਵੀ 999 ਨਦੀਆਂ ਨੇ ਜਿਹੜੀਆਂ ਧਰਤੀ ਤੋਂ ਵਾਕੇ ਗੰਗਾ, ਜਮਨਾ, ਸਤਲੁਜ, ਬਿਆਸਾ, ਜੇਹਲਮ, ਰਾਵੀ, ਚਨਾਬ, ਦਜਲਾ, ਹੋਰ ਬੜੇ ਵੱਡੇ ਦਰਿਆ ਨੇ, ਬ੍ਰਹਮਪੁੱਤਰ, ਨਰਮਦਾ, ਗੋਦਾਵਰੀ। ਉਹ ਸਾਰੀਆਂ ਨਦੀਆਂ ਆਪਣੇ ਇੱਥੇ ਅਮਰੀਕਾ 'ਚ ਵੀ ਬਣੀਆਂ ਨੇ, ਸਾਰੀਆਂ ਜਾ ਕੇ ਸਮੁੰਦਰ 'ਚ ਪੈਂਦੀਆਂ ਨੇ। ਇਹ ਜਿਹੜੀ ਭਗਤੀ ਦੀ ਨਦੀ ਹੈ, ਇਹ ਕਿੱਥੇ ਜਾਂਦੀ ਹੈ? ਇਹ ਵੀ ਤਾਂ ਕਿਸੇ ਸਮੁੰਦਰ 'ਚ ਪੈਂਦੀ ਹੋਣੀ ਹੈ। ਕਹਿੰਦੇ ਇਹ ਬ੍ਰਹਮ ਗਿਆਨ ਦੇ ਸਮੁੰਦਰ 'ਚ ਪੈਂਦੀ ਹੈ। ਇਹ ਜਾ ਕੇ ਬ੍ਰਹਮ ਗਿਆਨ 'ਚ ਲੈ ਜਾਂਦੀ, ਬ੍ਰਹਮ ਗਿਆਨ 'ਚ ਪਹੁੰਚਾ ਦਿੰਦੀ। ਜਿਹੜਾ ਨਦੀ 'ਚ ਪੈ ਜਾਵੇ ਉਹ ਰੁੜਦਾ ਜਾ ਕੇ ਸਮੁੰਦਰ 'ਚ ਚਲਾ ਜਾਂਦਾ। ਜਿਹੜਾ ਭਗਤੀ ਦੀ ਨਦੀ 'ਚ ਰੁੜ ਪਵੇ ਉਹ ਬ੍ਰਹਮ ਗਿਆਨ ਦੇ ਸਮੁੰਦਰ 'ਚ ਪਹੁੰਚ ਜਾਂਦਾ। ਹਾਂਜੀ। ਪ੍ਰਾਪਤ ਸਭ ਥਲ ਮਹਿ ਸੁਗਮ ਸੁਰਗਨ ਕੋ ਪਾਈ। ਗੰਗਾ ਜਿਹੜੀ ਹੈ ਉਹ ਹਰ ਥਾਂ ਤੇ ਨਹੀਂ ਜਾਂਦੀ। ਉਹਦਾ ਇੱਕ ਏਰੀਆ ਹੈ, ਉੱਥੇ ਵਗਦੀ ਹੈ। ਜਿਹਨੇ ਗੰਗਾ ਦੇ ਦਰਸ਼ਨ ਕਰਨੇ ਉਹਨੂੰ ਹਰਿਦੁਆਰ ਜਾਣਾ ਪਏਗਾ, ਬਨਾਰਸ ਜਾਣਾ ਪਏਗਾ, ਪਟਨਾ ਸਾਹਿਬ, ਤਾਂ ਹੀ ਗੰਗਾ ਦੇ ਦਰਸ਼ਨ ਹੋਣਗੇ। ਪਰ ਜਿਹੜੀ ਗੁਰੂ ਅਰਜਨ ਦੇਵ ਜੀ ਭਗਤੀ ਦੀ ਗੰਗਾ ਚਲਾ ਰਹੇ ਨੇ, ਇਹ ਘਰ ਘਰ ਆਪੇ ਹੀ ਪਹੁੰਚ ਜਾਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਭਗਤੀ ਦੀ ਗੰਗਾ ਹੈ ਨਾ, ਇਹਦੇ ਘਰ ਘਰ ਪਹੁੰਚ ਜਾਂਦੀ ਹੈ। ਗੁਰੂ ਮਹਾਰਾਜ ਨੇ ਘਰ ਘਰ ਬਾਣੀ ਪਹੁੰਚਾਤੀ, ਘਰ ਘਰ ਸ਼ਰਧਾ, ਭਗਤੀ, ਪਿਆਰ ਦੇ ਬੂਟੇ ਲਾਤੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਹਾਂਜੀ। ਕੌਣ ਕੌਣ ਗੁਣ ਗੁਰੂ ਕੇ ਕਬ ਬਰਨ ਸੁਣਾਵੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਗੁਰੂਆਂ ਦੇ ਕਿਹੜੇ ਕਿਹੜੇ ਗੁਣ ਸੁਣਾਈਏ? ਮੇਰੀ ਕਲਮ 'ਚ ਇੰਨੀ ਤਾਕਤ ਨਹੀਂ ਵੀ ਮੈਂ ਗੁਰੂ ਅਰਜਨ ਦੇਵ ਜੀ ਦੀ ਸਿਫਤਾਂ ਕਰ ਸਕਾਂ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਦੇਵ ਜੀ ਦਾ ਨਾਮ ਲੈਣ ਨਾਲ ਹੀ ਬੰਦੇ ਦੀ 84 ਕੱਟੀ ਜਾਂਦੀ ਹੈ। ਇਹੋ ਜਿਹੇ ਮਹਾਂਪੁਰਸ਼ ਅਵਤਾਰ ਸਤਿਗੁਰੂ ਹੋਏ ਨੇ। ਹਾਂਜੀ। ਸ਼ੇਖ ਸ਼ਾਰਦਾ ਕਹਿਨ ਤੇ ਮਨ ਮਹਿ ਸੁਖਾਵਾ। ਗੁਰੂ ਅਰਜਨ ਦੇਵ ਜੀ ਦੀ ਵਡਿਆਈ ਤਾਂ ਸ਼ੇਖ ਨਾਗ ਵੀ ਨਹੀਂ ਕਹਿ ਸਕਦਾ, ਸ਼ਾਰਦਾ ਦੇਵੀ ਵੀ ਨਹੀਂ ਕਹਿ ਸਕਦੀ, ਕੋਈ ਵਿਦਵਾਨ ਨਹੀਂ ਕਹਿ ਸਕਦਾ, ਕੋਈ ਕਵੀ ਨਹੀਂ ਕਹਿ ਸਕਦਾ, ਬ੍ਰਹਮਾ ਵੀ ਨਹੀਂ ਕਹਿ ਸਕਦਾ। ਬਾਣੀ 'ਚ ਲਿਖਿਆ ਨਾ, ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਹੁਣ ਵੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾੜਿਓ ਏਕ ਕਰੀ। ਬਿਰੰਚ ਬ੍ਰਹਮਾ ਨੂੰ ਕਹਿੰਦੇ। ਬ੍ਰਹਮਾ ਨੇ 4 ਵੇਦ ਰਚੇ ਨੇ। ਉਹ ਪਰਮੇਸ਼ਰ ਦਾ ਭਜਨ ਕਰੀ ਜਾਂਦਾ, 8 ਪਹਿਰ ਹਰੀ ਦਾ ਜਾਪ ਨਹੀਂ ਛੱਡਦਾ।
मथुरा जन को प्रभ दीन दयाल है, संगत सृष्ट निहार करी, रामदास गुरु जग तारण को, गुर जोत अर्जुन माहे धरी। गुरु रामदास ने जगत का भला करन लई गुरु अर्जन च अपनी जोत रख दिती। ते गुरु अर्जन देव जी महाराज दे गुण कोई नहीं गा सकता, कोई बयान नहीं कर सकता। जिवें कोई सुआंग करन वाला सुआंग करता है, वो जिहड़ा सुआंग करता है उदां दी एक्टिंग करता है। मान लो जे सुआंग करन वाले ने साधां दे कपड़े पाए, फिर वो साधां वाली बोली बोलदा है, साधां वाले ही काम करदा। जे डाकुआं वाले कपड़े पाए होण, फिर वो डाकुआं वाली बोली बोलदा, डाकुआं वाले ही काम कर, एक्टिंग जो करनी होई। आ जिहड़े फिल्मां वाले ने एक्टर एक्टिंग करदे ने फिल्मां दे विच, जिद्दां दी फिल्म बनाते ने उदां दी बोली, उदां दा ही उन्हां दा फिर बिहेवियर हुंदा सारा। हुण परमात्मा ने, आखो वाहिगुरू, परमात्मा ने मनुखी जामा धारण कीता सी। वैसे परमात्मा का कोई रूप नहीं है। चक्कर चेन अर वर्ण जात अर पात, नहन जे रूप रंग अर रेख भेख को कह ना सकते। परमात्मा ने साडा भला करन लई साडे विच आउणा कीता, साडे वर्गा रूप बनाया, फिर साडे वर्गे ही काम करने पे, साडे वर्गी बोली बोलनी पई, साडे वर्गा ही उन्हां नूं बिहेवियर वर्ताव करना पिया सारा। हाँ जी, वो महाराज निभा रहे ने जो उन्होंने संसार विच आके सतगुरु जी ने करना ठीक समझा सो कीता है। पर अपना जिहड़ा असली रूप है वो छुपा लिया है। असली रूप की है? असली रूप जोत रूप हर आप, जोत रूप है, शरीर नहीं। जदों महाराज हजूर साहब 10वें पातशाह ज्योति जो समान लगे, उस तो पहला श्री गुरु ग्रंथ साहब जी नूं गुरियाई दिती। गुरियाई दे के गुरु ग्रंथ साहब जी नूं ते महाराज जिथे सचखंड है ना, उथों जिहड़ा थल्ले वाला निशान साहब है, दो निशान साहब हजूर साहब, उपरले निशान साहब तो थल्ले वाले निशान साहब का जदों महाराज आए तुर के, आले दुआले बड़ियां संगतां खड़ियां सन। इतिहास विच बचन गुर प्रताप सूरज विच भी आउंदा, होर पुराने ग्रंथां विच भी आउंदा। महाराज 10वें पातशाह तुरे आउंदे, इधर भी संगतां खड़ियां, इधर भी संगतां खड़ियां, ते महाराज दे चरनी हथ लांदे सिंह, भाई दया सिंह जी, भाई संतोख सिंह जी, जिहड़े उत्थे जथेदार सन, होर बड़े सिंह मुखी, और उत्थों की जिहड़ी महाराष्ट्र की संगत सी, बनजारे, शिकलीगढ़, होर उधर दे जिहड़े लोग सन मरठे, वो महाराज नूं मत्था टेकदे। पर हैरान इस गल तो होंदे भी वो जदों महाराज के पैरों ते हथ रखते तो वो जमीन ते लग जाता, ते महाराज के चरण दिसते हैं ते पकड़े नहीं जाते। ये कौतक उत्थे दिखाया महाराज। भाई दया सिंह ने पूछया, सच्चे पातशाह जी अगे तो आप जी नूं हथ लांदे सी ते आप जी का शरीर साडी पकड़ च आउंदा सी, जिसी तुहाडे पैरां नूं चरणां नूं हथ लांदे सी, साडे हत्थां नूं तुहाडे चरणां दी छूह मिलदी सी, तुहाडे शरीर नूं हथ लांदे सी, तुहाडे शरीर दा सानूं पता लगदा सी। हुण तां हथ विचों लंघ रिहा, दिसदे हो पर पकड़े नहीं जांदे। ਇਹ ਕੀ ਕੌਤਕ। महाराज कहंदे दया सिंह असल साडा स्वरूप यही सी, असीं तां सिर्फ तुहाडी दुनिया नूं दर्शन देण लई 10 जामे धारण कीते सी। हुण समाप्ति करदी है। हुण असीं अपने जोत रूप च हो गए हैं, सूक्ष्म रूप च हो गए हैं। हुण गुरु ग्रंथ साहब जी दर्शन करिया जे। हुण असीं ये अपना स्वरूप तुहाडीआं अखां तों ओहले कर लेना। 3 दिन बाद महाराज ज्योति जो समा गए। कहने का मतलब यह है भी गुरु शरीर नहीं है, गुरु शरीर नहीं, गुरु ने शरीर धारण किया।
ਸਾਡੇ ਵਾਸਤੇ, ਸਾਨੂੰ ਦਰਸ਼ਨ ਦੇਣ ਲਈ। ਇਹ ਗੱਲ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ हैं जाके ओंकार के आकार है नाना प्रकार श्री मुख शब्द गुर सिखन सुनाए हैं। ਇਹਦਾ ਅਰਥ ਇਹ ਹੈ ਵੀ ਜਿਸ ਪਰਮਾਤਮਾ ਦੇ ਇੱਕ ਰੋਮ 'ਚ ਕਰੋੜਾਂ ਬ੍ਰਹਮੰਡ ਵਸਦੇ, ਇੱਕ ਰੋਮ ਵਿੱਚ। ਆ ਹੁਣ ਤੇ ਨਾਸਾ ਵਾਲਿਆਂ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਹੈ ਵੀ ਇੱਕ ਗਲੈਕਸੀ ਜਿਹੜੀ ਹੈ ਇੱਕ ਦਾ ਨਹੀਂ ਪਤਾ ਲੱਗ ਰਿਹਾ, ਤੇ ਗਲੈਕਸੀਜ਼ ਕਿੰਨੀਆਂ ਉਹਦਾ ਕੋਈ ਪਤਾ ਹੀ ਨਹੀਂ। ਇੱਕ ਗਲੈਕਸੀ ਦੇ ਵਿੱਚ ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਤਾਰੇ ਨੇ, ਕਿੰਨੇ ਕੁ ਬ੍ਰਹਮੰਡ ਨੇ, ਉਹ ਨਹੀਂ ਗਿਣੇ ਜਾਂਦੇ। ਭਾਈ ਸਾਹਿਬ ਕਹਿੰਦੇ ਅਕਾਲ ਪੁਰਖ ਦੇ ਇੱਕ ਰੋਮ 'ਚ ਕਰੋੜਾਂ ਬ੍ਰਹਮੰਡ ਨੇ, ਇੱਕ ਰੋਮ ਵਿੱਚ। ਆ ਰੋਮ ਕਿੱਡਾ ਕੁ ਹੁੰਦਾ ਸਰੀਰ ਦਾ, ਉਹਦੇ ਇੱਕ ਰੋਮ 'ਚ ਕਰੋੜਾਂ ਬ੍ਰਹਮੰਡ ਨੇ। ਉਹ ਐਡਾ ਵੱਡਾ, ਹੁਣ ਉਹ ਐਡਾ ਵੱਡਾ ਸਾਡੀ ਛੋਟੀ ਜਿਹੀ ਅੱਖ 'ਚ ਕਿਵੇਂ ਆ ਸਕਦਾ ਸੀ? छोटी जी आँख एक नजर से क्या बुलबुला कुल बहर को देखे, सागर को या मझधार को या लहर को देखे। पानी च बुलबुला पैदा होया, छोटा जिहा पानी दा, ओदी किड्डी क अख है बेचारे दी। छोटा जिहा बुलबुला, छोटी जी अख, उस छोटी जी अख नाल समुंदर दी लंबाई देखे कि चौड़ाई देखे कि डूंघाई देखे कि ऊंचाई देखे। एक नजर से क्या बुलबुला कुल बहर को देखे, पूरा समुंदर, सागर को या मझधार को या लहर को देखे। की देखेगा? यानी बंदा एक बुलबुला है। अपनी वैल्यू, ये शरीर की वैल्यू, साड़ी वैल्यू एक बुलबुले जिन्नी है। परमात्मा समुंदर है, उसनों असी पूरा नहीं देख सकते। परमात्मा ने सानू दर्शन देण लई साडे वाला ही रूप बनाया। आखो वाहिगुरू। सानू दर्शन देण लई भाई साहब कहते रोम रोम कोट ब्रह्मंड को निवास जास। जिस परमात्मा दे एक रोम रोम च करोड़ां ब्रह्मंड ने, उहदे रोम किन्ने होणगे? वो किड्डा वड्डा है। मानस अवतार धार दर्श दिखाए हैं। मानस अवतार धार, मनुखी जामे च अवतार धारिया। श्री गुरु नानक का रूप धारण किया, गुरु गोबिंद सिंह का रूप धारण किया, 10 गुरुओं के रूप सानू दर्शन देते। जाके ओंकार के आकार है नाना प्रकार। ये ओंकार जिहड़ा लिखते हैं ना, ये केवल ऊड़ा ही ना समझ लेना, ये बहुत बड़ी शक्ति है। ਇਹਦਾ पसारा ही सारा संसार है। कुल वर्ल्ड में जो कुछ देख रहे हो ओंकार तो पैदा होया। ओंकार इस ब्रह्मंड का बीज है। बीज तो बोड़ होंदा, बीज छोटा होंदा, बोड़ बड़ा हो जाता। पर जे बीज ना होवे बोड़ हो नहीं सकता। जिस ओंकार दे आकार नाना प्रकार दे, अनेक प्रकार दे ने। श्री मुख शब्द गुर सिखन सुनाए हैं। उस ओंकार ने साडे कन्नां 'च आवाज़ पहुँचाउण लई गुरु नानक का रूप धारण किया ते सानू गुरमंत्र दिता। वाहिगुरू 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 जपो ते ओंकार दे दर्शन करो। ये जप करके हुण आपां गल्लां बातां नाल कहने आ भी बन जे गल। महाराज कहते जपे बिना गल नहीं बननी, जपना पैना। जपांगे तो फिर वो कुंजी लगेगी, ताला खुलेगा। जपीए आप है ना तो बस एवं ही कही जी सानू जी पता नहीं लगता, बाणी नहीं समझ नहीं आती। समझ की आनी है? फिर नास्तिक हो जाओगे। हो रहे हैं अज। नास्तिकता का बीज इसे अवेसलेपन में ही है भी कोई नहीं, चलो आपां की लैना जप के। पर जदों जपांगे फिर वो ताला खुलेगा। सच्चे पातशाह महाराज ने साडे ते किरपा की। हाँ जी, कहते वो महाराज परमेश्वर का रूप गुरु अर्जन देव जी। कवि संतोख सिंह जी कहते वेख लो गुरु अर्जन देव प्रतख हरि का रूप। हाँ, सो ये बचन आपां सरवण कीते हुई भुल्लां चुकां दी खिमा।
ਅੱਗੇ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ ਹੈ